ਸਤਿ ਸ੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੀਵੀ ਨਿਊਜ਼। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਮਿਲਾਉਂਦੇ ਹਾਂ। ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਬਹੁਪੱਖੀ ਸ਼ਖਸੀਅਤ ਦੇ ਮਾਲਕ ਸੀਨੀਅਰ ਆਗੂ ਕਿਸਾਨ ਆਗੂ ਸਰਦਾਰ ਮੱਖਣ ਸਿੰਘ ਸਹੋਲੀ ਜੀ, ਆਓ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਠੀਕ ਹੈ ਜੀ। ਤੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਥੋੜਾ ਚਾਨਣਾ ਪਾਓ। ਜਿਹੜੇ ਮੌਜੂਦਾ ਹਾਲਾਤ ਨੇ ਕਮ ਸੇ ਕਮ 1 ਸਾਲ ਦੇ ਵਿੱਚ ਤਾਂ ਇਹ ਜਿਹੜਾ ਕਿਸਾਨਾਂ ਦਾ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ, ਇੱਕ ਇਹ ਵਰਲਡ ਦਾ ਹੋ ਗਿਆ। ਔਰ ਜਿਹੜੇ ਹਾਲਾਤ ਨੇ ਇਸ ਟਾਈਮ ਤਕਰੀਬਨ ਹਿੰਦੁਸਤਾਨ ਦੇ ਜਾਂ ਉਹਦੇ ਵਿੱਚੋਂ ਇਕੱਲੇ ਪੰਜਾਬ ਦੇ ਲਾ ਲਈਏ ਵੀ ਇਸ ਟਾਈਮ ਦਿੱਲੀ ਦੇ ਆਲੇ ਦੁਆਲੇ ਪੂਰੇ ਕਿਸਾਨ ਬੈਠੇ ਨੇ 6 ਮਹੀਨੇ ਤੋਂ। ਪੂਰੀ ਠੰਡ ਵੀ ਲੰਘ ਗਈ ਔਰ ਪੂਰੀ ਧੁੱਪ ਵੀ ਆ ਗਈ, ਹਨੇਰੀਆਂ ਆਉਂਦੀਆਂ ਨੇ, ਮਤਲਬ ਉਹਦੇ ਵਿੱਚ ਕਿਸਾਨ ਨੇ ਜਿਹੜੇ ਪੂਰਾ ਡਟੇ ਹੋਏ ਨੇ। ਪਰ ਮੇਨ ਮੋਦੀ ਦਾ ਜਿਹੜਾ ਇੱਕ ਵੱਖਰਾ ਚਿਹਰਾ ਆਇਆ ਸਾਹਮਣੇ, ਕਿਉਂਕਿ ਪਹਿਲਾਂ ਤਾਂ ਉਹਨੇ ਕਿਹਾ ਵੀ ਮੈਂ 15-15 ਲੱਖ ਤੁਹਾਡੇ ਅਕਾਊਂਟਾਂ 'ਚ ਪਾਊਂਗਾ, ਕਿ ਉਹ 15 ਲੱਖ ਦਾ ਇੱਕ ਹਊਆ ਬਣਾ ਕੇ ਫਿਰ ਕਹਿ ਲਓ ਇਹਨਾਂ ਦਾ ਇੱਕ ਜਿਹੜਾ ਉਹ ਕਹਿੰਦਾ ਵੀ ਇਹ ਇੱਕ ਜੁਮਲਾ ਛੱਡਿਆ ਸਾਨੇ ਕਿ ਇਹ ਪਬਲਿਕ ਨੂੰ ਇੱਕ ਜੁਮਲਾ ਹੀ ਬਹੁਤ ਵੱਡਾ ਸ਼ਬਦ ਉਹ ਲੂਜ ਕਰਦੇ ਆ। ਪਰ ਪਬਲਿਕ ਨੂੰ ਹੁਣ ਹੋਣਾ ਚਾਹੀਦਾ ਵੀ ਪੈਸੇ ਤਾਂ ਇੱਕ ਪਾਸੇ ਪਾਉਣ ਦੀ ਗੱਲ ਕਰਤੀ, ਵੀ ਇੱਕ ਬੇਇੱਜ਼ਤੀ ਕਰੀ ਆ ਉਹਨੇ ਵੋਟਰ ਦੀ ਕਿ ਇੱਕ ਵੋਟਾਂ ਪਾਈਆਂ, ਉਹ ਬਾਅਦ ਦੇ ਵਿੱਚ ਕਹਿੰਦੇ ਨੇ ਇਹ ਤਾਂ ਸਾਨੇ ਜੁਗਲਾ ਛੱਡਿਆ। ਵੀ ਜਿਹੜਾ ਕਿਸਾਨਾਂ ਦਾ ਹੁਣ ਮੇਨ ਮੁੱਦਾ, ਕਿਸਾਨਾਂ ਦਾ ਇਹਨੂੰ ਜਿਹੜੇ ਕਾਲੇ ਕਾਨੂੰਨ ਇਹਨੇ ਬਣਾਏ, ਕਾਲੇ ਕਾਨੂੰਨ ਤੋਂ ਪਹਿਲਾਂ ਜਿਹੜੇ ਸੂਝਵਾਨ ਇਨਸਾਨ ਨੇ ਜਾਂ ਜ਼ਿਆਦਾ ਕੈਟਾਗਰੀ ਦੇ ਨੇ ਉਹ ਜਾਣਦੇ ਆ ਵੀ ਕਾਲੇ ਕਾਨੂੰਨ ਬਣਾਉਣ ਤੋਂ ਪਹਿਲਾਂ ਇਹਨਾਂ ਨੇ ਇੱਕ ਕਰੋਨਾ ਦੀ ਬਿਮਾਰੀ ਦਾ ਇੱਕ ਉਹ ਟ੍ਰਿਕਟ ਖੇਲਿਆ, ਕਿਉਂਕਿ ਇਹਨਾਂ ਨੇ ਕਰੋਨਾ ਕੋਈ ਬਿਮਾਰੀ ਨਹੀਂ ਹੈਗੀ ਬਿਲਕੁਲ ਵੀ। ਇਹਨਾਂ ਨੇ ਇੱਕ ਮਤਲਬ ਵੀ ਪਹਿਲਾਂ ਤਾਂ ਇਹ ਚੀਜ਼ ਬਣਾਈ ਵੀ ਜੇ ਸਾਨੂੰ ਕੋਈ ਕਿਸਾਨ ਕੱਲ੍ਹ ਨੂੰ ਜਾਂ ਆਮ ਪਬਲਿਕ ਉੱਠ ਕੇ ਧਰਨੇ ਲਾਉਂਦੀ ਆ ਵੀ ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ। ਇਹ ਇੱਕ ਇਹਨਾਂ ਨੇ ਫਿਰ ਬਿਮਾਰੀ ਦਾ ਰੂਪ ਦਿਖਾਤਾ ਚੈਨਲਾਂ ਦੇ ਉੱਪਰ, ਕਿਉਂਕਿ ਜਿਹੜੇ ਦਿੱਲੀ ਦੇ ਵਿੱਚ ਚੈਨਲ ਨੇ, ਜਿਹੜੇ ਇਹ ਲੋਕਾਂ ਦੇ ਚੈਨਲ ਨੇ, ਉਹ ਸਾਰਾ ਝੂਠ ਬੋਲ ਰਹੇ ਨੇ ਬਿਲਕੁਲ। ਇੱਕ ਤਾਂ ਹੁੰਦਾ ਥੋੜਾ ਝੂਠ ਬੋਲਣਾ 5 ਪੈਸੇ ਦਾ 10 ਪੈਸੇ, ਇੱਕ ਨਿਰੇ ਹੀ ਬਿਲਕੁਲ ਇਹ ਝੂਠ ਬੋਲ ਦੇਣਾ। ਕਿਸਾਨਾਂ ਦੀ ਗੱਲ ਆ ਜਿਹੜੀ ਉਹ ਨਾ ਦਿਖਾਉਣੀ, ਇੱਕ ਦੂਜੀ ਗੱਲ ਜ਼ਿਆਦਾ ਦਿਖਾਉਣੀ ਵੀ ਜਿਹੜੀ ਕਿਸਾਨਾਂ ਦੇ ਉਲਟ ਜਾਂਦੀ ਹੈ। ਵੀ ਇਹ ਗੱਲਾਂ ਨੂੰ ਜ਼ਰੂਰੀ ਨੇ ਵੀ ਪ੍ਰਧਾਨ ਮੰਤਰੀ ਨੂੰ ਇਹ ਗੱਲਾਂ ਕਾਨੂੰਨ ਆ ਜਿਹੜਾ ਇੰਨਾ ਟਾਈਮ ਕੋਈ ਬੈਠਿਆ ਹੋਣਾ ਕਿਸਾਨਾਂ ਨੂੰ, ਕਿਉਂਕਿ ਇੱਕ ਇਨਸਾਨ ਆ ਤੁਹਾਡਾ, ਇੱਕ ਜੜ ਆ ਹਿੰਦੁਸਤਾਨ ਦੀ, ਮਜ਼ਦੂਰ ਕਿਸਾਨ ਇੱਕ ਆਮ ਭਾਈਚਾਰਾ ਛੋਟਾ। ਪਹਿਲਾਂ ਇਹਨਾਂ ਨੂੰ ਬਖੂਆ ਦਿੱਤਾ ਨੋਟਬੰਦੀ ਦਾ। ਨੋਟਬੰਦੀ ਦੇ ਵਿੱਚ ਬਹੁਤ ਲੋਕਾਂ ਦਾ ਉਸ ਟਾਈਮ ਕਰੋਨੇ ਨਾਲੋਂ ਵੱਧ ਨੁਕਸਾਨ ਹੋਇਆ। ਜਿਹੜਾ ਨੁਕਸਾਨ ਹੋਇਆ ਉਸ ਟਾਈਮਾਂ ਦੇ ਵਿੱਚ, ਇੱਕ ਦੇਸ਼ ਜਦ ਤੋਂ ਨੋਟਬੰਦੀ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਦੇਸ਼ ਬਿਲਕੁਲ ਨਹੀਂ ਸੰਭਲਿਆ, ਉਦੋਂ ਬਾਅਦ ਚ ਟੁੱਟਦੇ ਜਾ ਰਿਹਾ। ਔਰ ਅੱਜ ਦੇ ਡੀਜ਼ਲ ਦੇਖ ਲਓ, ਪੈਟਰੋਲ ਜਿਹੜੇ ਆਮ ਪਬਲਿਕ ਨੇ ਵਰਤਣੇ ਨੇ, ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ, ਕਿਉਂਕਿ ਪੈਟਰੋਲ ਡੀਜ਼ਲ ਹਰ ਇੱਕ ਇਨਸਾਨ ਵਰਤਦਾ। ਪਰ ਇਹਨਾਂ ਨੇ ਬਿਲਕੁਲ ਦੇਸ਼ ਤੋੜਤਾ। ਹੁਣ ਇਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਹੁਣ ਜਿਹੜਾ ਸਾਡਾ ਕਿਸਾਨ ਮੋਰਚੇ ਦਾ ਮਕਸਦ ਹੈ, ਕੋਈ ਅਸੀਂ ਸਿਆਸੀ ਨਹੀਂ ਗੱਲ ਕਰਦੇ, ਅਸੀਂ ਚਾਹੁੰਦੇ ਹਾਂ ਵੀ ਇਹ ਇੱਕ ਆਮ ਮਜ਼ਦੂਰ ਥੱਲੜੇ ਵਰਗ ਦਾ ਕਿ ਇੱਕ ਫਰਜ਼ ਕਰੋ ਕੁਲਚਿਆਂ ਵਾਲੀ ਦੀ ਰੇਹੜੀ ਲਾਉਂਦਾ, ਕੱਲ੍ਹ ਨੂੰ ਜੇ ਇਹ ਕਾਨੂੰਨ ਪਾਸ ਹੋ ਜਾਂਦੇ ਆ, ਮਤਲਬ ਇਹਦਾ ਆਉਣ ਵਾਲੇ 10 ਸਾਲਾਂ ਜਾਂ 20 ਸਾਲਾਂ ਦੇ ਵਿੱਚ ਉੱਥੇ ਗੱਲ ਜਾਊਗੀ ਵੀ ਬੰਦੇ ਨੂੰ ਇੱਕ ਇਹ ਫੜ ਕੇ ਲੈ ਕੇ ਜਾਣਗੇ, ਉਹ ਤੋਂ ਰੋਟੀ ਤੇ ਕੰਮ ਕਰਾਉਣਾ, ਇੱਕ ਮਜਬੂਰ ਕਰਨਾ ਇਹਨਾਂ ਨੇ, ਇੱਕ ਤਕੜੇ ਮਤਲਬ ਲੋਕਾਂ ਦੇ
ਦੇਸ਼ ਹੱਥ 'ਚ ਆ ਗਿਆ, ਜਿਹਦੇ ਵਿੱਚ ਰੇਲਵੇ ਇਹਨਾਂ ਨੇ ਪ੍ਰਾਈਵੇਟ ਧੰਦਾ ਕਰਤਾ, ਜਿਹੜਾ ਇੱਕ ਬਹੁਤ ਵੱਡਾ ਸਰਕਾਰ ਦਾ ਇੱਕ ਬਹੁਤ ਵੱਡਾ ਇਹ ਹੋਇਆ। ਇੱਕ ਲਾਲੂ ਯਾਦਵ ਜਿਹਦੀ ਗੱਲ ਕਰਦੇ ਆ ਕਿ ਉਹ ਇੱਕ ਰੇਲ ਮੰਤਰੀ ਹੁੰਦੇ ਸੀ। ਹਾਂਜੀ ਚਲੋ ਉਹਨੂੰ ਕੋਈ ਮਾੜਾ ਕਹਿੰਦਾ ਹੋਵੇ, ਹਾਂਜੀ ਚਾਹੇ ਕੋਈ ਕਿੱਦਾਂ ਮਰਜ਼ੀ ਲਾ ਲਓ, ਪਰ ਉਹ ਬੰਦੇ ਨੇ ਉਸ ਟਾਈਮਾਂ ਦੇ ਵਿੱਚ ਰੇਲ ਦਾ ਜਿੰਨਾ ਬਜਟ ਸੀ ਸਾਰਿਆਂ ਨਾਲੋਂ ਜ਼ਿਆਦਾ ਉਹਨੇ ਉਸ ਟਾਈਮ ਦਿਖਾਇਆ ਸੀ ਪੂਰੇ ਹਿੰਦੁਸਤਾਨ ਦਾ। ਅੱਜ ਇਹਨਾਂ ਨੇ ਬਜਟ ਤਾਂ ਇੱਕ ਪਾਸੇ ਚੱਕ ਕੇ ਇਹਨਾਂ ਨੇ ਪ੍ਰਾਈਵੇਟ ਟ੍ਰੇਨਾਂ ਕਰਨ ਦਿੱਤੀਆਂ ਹੁਣ ਵੀ ਇਹਨੂੰ ਬਿਲਕੁਲ ਇਦਾਂ ਕਰਨਾ ਨਹੀਂ ਸੀ ਚਾਹੀਦਾ, ਇਦਾਂ ਬਹੁਤ ਗਲਤ ਕਾਨੂੰਨ ਬਣਾਤੇ। ਅੱਛਾ, ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਵਿਧਾਨ ਸਭਾ ਚੋਣਾਂ ਦੇ ਵਿੱਚ ਕੋਈ ਉਮੀਦਵਾਰ ਖੜੇ ਕਰਾਓਗੇ, ਕੀ ਕਹਿਣਾ ਇਹਦੇ ਬਾਰੇ ਤੁਹਾਡਾ? ਉਹਦੇ ਵਿੱਚ ਦੇਖੋ, ਜਿਹੜੀ ਤੁਸੀਂ ਸਵਾਲ ਪੁੱਛਿਆ ਹੈ, ਇਹਦਾ ਇੱਕ ਅੱਜ ਤੋਂ 2 ਸਾਲ ਪਹਿਲਾਂ ਪਿੱਛੇ ਚਲੇ ਜਾਓ, ਹਾਂਜੀ। ਉਦੋਂ ਵੀ ਤੁਸੀਂ ਆਪਣਾ ਮੇਰੀਆਂ ਖਬਰਾਂ ਵੀ ਲਓ, ਮੈਂ MP ਦੀ ਇਲੈਕਸ਼ਨ ਲੜੀ ਸੀ। ਹਾਂਜੀ ਹਾਂਜੀ MP ਦੀ ਇਲੈਕਸ਼ਨ ਉਦੋਂ ਤਾਂ ਹੀ ਲੜੀ ਸੀ, ਉਦੋਂ ਇੱਕ ਆਪਣਾ ਮੁੱਖ ਮੰਤਰੀ ਜਿਹੜਾ ਮੌਕੇ ਦਾ ਪੰਜਾਬ ਦੇ ਵਿੱਚ, ਹਾਂਜੀ ਇਹਨੇ ਕਿਹਾ ਸੀ, ਗੁਟਕਾ ਸਾਹਿਬ 'ਚ ਹੱਥ ਰੱਖ ਕੇ ਸਹੁੰ ਖਾਦੀ ਸੀ ਵੀ ਮੈਂ ਬਿਲਕੁਲ ਆੜ੍ਹਤੀਆਂ ਦੇ ਵੀ ਪੈਸੇ ਤੇ ਆਮ ਜਿਹੜੇ ਤੁਹਾਡੇ ਕਰਜ਼ੇ ਨੇ ਕਿਸਾਨਾਂ ਸਿਰ ਉਹਦੇ ਪੈਸੇ, ਮਜ਼ਦੂਰਾਂ ਦੇ ਪੈਸੇ, ਇੱਕ ਜੁਮਲਾ ਨੇ ਸੜਤਾ, ਇਹਨੇ ਵੀ ਛੱਡਿਆ ਉਸ ਟਾਈਮ ਕਿ ਮੈਂ ਤੁਹਾਨੂੰ ਮੋਬਾਈਲ ਦਊਂਗਾ। ਹਾਂਜੀ ਮਤਲਬ ਮੋਬਾਈਲ, ਮੈਂ ਇਹ ਚਾਹੁੰਦਾ ਵੀ ਯਾਰ ਪਬਲਿਕ ਨੂੰ ਇੱਕ ਤੁਸੀਂ ਇਹ ਚੀਜ਼ਾਂ ਤੇ ਲਾਉਨੇ ਹੋ, ਕਣਕ ਦੇ ਦਿਓ ਜੀ, ਆਪਾਂ ਗੱਲ ਮੁੱਦੇ ਤੇ ਜੀ ਵੀ ਤੁਸੀਂ ਉਸ ਟਾਈਮ ਮੈਂ MP ਦੀ ਇਲੈਕਸ਼ਨ ਲੜੀ, MP ਦੀ ਇਲੈਕਸ਼ਨ ਲੜੀ ਤਾਂ ਬਹੁਤ ਇਹ ਇੱਕ ਮਤਲਬ MP ਦੀ ਜਿਹੜੀ ਬਹੁਤ ਜ਼ੋਰ ਲੱਗਿਆ, ਜਿਹਦੇ ਵਿੱਚ ਉਸ ਟਾਈਮ ਲੋਕ ਟੁੱਟਦੇ ਨਹੀਂ ਸੀ, ਹਾਂਜੀ ਕਿਉਂਕਿ ਲੋਕ ਅਕਾਲੀ ਦਲ ਨਾਲ, ਲੋਕ ਆਪਣੇ ਕਾਂਗਰਸ ਨਾਲ, ਲੋਕ ਝਾੜੂ ਵਾਲਿਆਂ ਨਾਲ, BJP ਨਾਲ ਇੰਨੇ ਜੁੜੇ ਵੀ ਸੀ ਵੀ ਬਹੁਤ ਹੀ ਇੱਕ ਮਤਲਬ ਬਾਹਲੇ ਜੁੜੇ ਵੀ ਸੀ ਉਸ ਟਾਈਮ। ਮੈਨੂੰ ਬਹੁਤ ਮਤਲਬ ਵੀ ਚਲੋ ਮੈਂ ਉਸ ਟਾਈਮ ਵੀ ਜਿਹੜੀ ਮੈਨੂੰ ਉਹ ਲੱਗਦਾ ਵੀ ਮੈਨੂੰ ਬਹੁਤ ਵਧੀਆ ਲੋਕਾਂ ਨੇ ਹੰਗਾਰਾ ਦਿੱਤਾ, ਜਿਹੜਾ ਅੱਜ ਵੀ ਮੇਰੇ ਉਹ ਇੱਕ ਦਿਲ ਦੇ ਵਿੱਚ ਹੈ ਵੀ ਜਦੇ ਉਸ ਟਾਈਮ ਲੋਕ ਇੰਨਾ ਹੰਗਾਰਾ ਦੇ ਸਕਦੇ ਨੇ ਮੈਨੂੰ, ਕਿ ਹੁਣ ਤਾਂ ਲੋਕ ਬਿਲਕੁਲ ਟੁੱਟ ਗਏ, ਹੁਣ ਲੋਕ ਇਹਨਾਂ ਨੂੰ ਬਿਲਕੁਲ ਵੱਖ ਹੋ ਗਏ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਇੰਨੀ ਖਤਰਨਾਕ ਮਤਲਬ ਗੇਮ ਖੇਡਦੇ ਨੇ ਇਹ ਲੋਕ, ਕਿਉਂਕਿ 70 ਸਾਲਾਂ ਤੋਂ ਲੋਕ ਆਜ਼ਾਦ ਹੋਏ ਸੀ, ਪਰ ਅਸੀਂ ਲੋਕ ਕਾਲਿਆਂ ਦੇ ਗੁਲਾਮ ਹੋ ਗਏ ਇਹਨਾਂ ਦੇ। ਕਿ ਹੁਣ ਇਹਦੇ ਵਿੱਚੋਂ ਜੇ ਪਾਰਟੀ ਬਿਲਕੁਲ ਵਿੱਚੋਂ ਨਹੀਂ ਕੱਢਦੇ ਤਾਂ ਜਿਹੜੇ ਸਾਡੇ ਲੋਕ ਨੇ ਫਿਰ ਚੰਗਾ ਕੰਮ ਕਿਵੇਂ ਨਿਕਲੂ? ਚੰਗੇ ਲੋਕ ਤਾਂ ਫਿਰ ਨਿਕਲਣੇ ਨਹੀਂ। ਪਰ ਮੇਰੀ ਸੋਚ ਤਾਂ, ਮੇਰੀ ਤਿਆਰੀ ਵੀ ਆ, ਪਰਮਾਤਮਾ ਕਰੇ ਕਿਰਪਾ, ਮੈਂ ਤਾਂ ਆਪਣੇ ਮੈਂ ਮਾੜੀ ਹੁੰਦੀ ਹੈ ਮੇਰੀ, ਇਹ ਹੈ ਵੀ ਗੱਲ ਮੇਰੀ ਜਿਹੜੀ ਆਪਣੀ ਸੋਚ ਕੰਮ ਕਰਦੀ ਹੈ। ਕਿਸਾਨਾਂ ਨੇ ਤਾਂ ਚਲੋ ਵਿਚਾਰੇ ਨੇ ਕਹਿਣੀ ਆ, ਮੈਂ 2 ਮਹੀਨੇ ਲਾਏ ਵੀ ਨੇ ਉਹਨਾਂ ਦੇ ਨਾਲ, ਸਟੇਜ ਵੀ ਮੈਂ ਸਿੱਧੂ ਬਾਰਡਰ ਵਾਲੀ ਆਪ ਮਤਲਬ ਵੀ ਪੂਰਾ ਸਾਥ ਦਿੱਤਾ। ਉਸ ਤੋਂ ਬਾਅਦ ਮੇਰੇ ਟੈਂਡਰਾਂ ਦਾ ਕੰਮ ਆ ਗਿਆ, ਪਰ ਮੈਂ ਤਾਂ ਇਹ ਮੰਨ ਕੇ ਚਲੋ ਵੀ ਪਟਿਆਲੇ ਤੋਂ ਤਾਂ ਮੈਂ ਐਲਾਨ ਕਰ ਹੀ ਦਿੱਤਾ ਵੀ ਮੈਂ ਖੜਨਾ ਹੀ ਖੜਨਾ ਹੈ ਵੀ ਇਹ ਤਾਂ ਕੋਈ ਗੱਲ ਕਿਸੇ ਨੇ। ਜਦ ਮਹਾਰਾਣੀ ਨੂੰ ਇੱਕ ਬਿਲਕੁਲ ਇਹਨਾਂ ਦਾ ਡਾਕਟਰ ਜਿਹਨੂੰ ਗਾਂਧੀ ਕਹਿੰਦੇ ਆਪਾਂ, ਜਿਹਨੇ ਕਿਤੇ ਬਿਲਕੁਲ ਵੀ ਕੋਈ ਕਦੇ ਆ ਕੇ ਨਹੀਂ ਦੇਖਿਆ, ਉਹ ਬੰਦਾ ਜਿਤਾਤਾ ਇਹਨਾਂ ਨੇ। ਔਰ ਇੱਕ ਗੱਲ ਹੋਰ ਆ, ਜੇ ਹੁਣ ਆਪਾਂ ਕਿਸੇ ਦੇ ਮਹਿਲ ਹੈ, ਦੇਖੋ ਮਹਿਲ ਤਾਂ ਮੇਰਾ ਐਡਾ ਬੜਾ ਹੋ ਨਹੀਂ ਸਕਦਾ, ਮੈਂ ਇੱਕ ਆਮ ਮਤਲਬ ਵੀ ਕਿਸਾਨਾਂ ਦੇ ਵਿੱਚੋਂ ਆ, ਆਮ ਜ਼ਿਮੀਂਦਾਰ ਆ, ਮਤਲਬ ਵੀ ਮੇਰੀ ਥੱਲੜੇ ਪੱਧਰ ਦੇ ਲੋਕਾਂ ਨਾਲ ਬਹੁਤ ਮਿੱਤਰਤਾ ਮੇਰੀ। ਇਹ ਤਾਂ ਆਪਣਾ ਕਹਿ ਦਿੰਦੇ ਨੇ, ਸੂਟ ਕਾਸਟ ਕਹਿੰਦੇ ਨੇ ਜੀ ਵੀ ਦੈਲਤ ਭਾਈਚਾਰਾ, ਪਰ ਮੈਂ ਇਹ ਗੱਲ ਕਰਦਾ ਵੀ ਸਾਡੇ ਬਾਬੇ ਨਾਨਕ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਕੇ ਜਾਤ ਪਾਤ ਖਤਮ ਕੀਤੀ, ਬਿਲਕੁਲ ਪੂਰੇ। ਉਦੋਂ ਬਾਅਦ ਦੇ ਵਿੱਚ ਇੱਕ ਔਰੰਗਜ਼ੇਬ ਦਾ ਟੱਕਰਾ ਕੀਤਾ, ਉਹਦੇ ਵਿੱਚ ਆਪਣੇ ਮਤਲਬ ਵੀ ਆਪਣੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵੀ ਲੱਗੀ। ਪਰ ਮੇਰੀ ਬੇਨਤੀ ਹੈ, ਇੱਕ ਹੁਣ ਇਹ ਥੋੜਾ ਜਿਹਾ ਮੇਰੀ ਸਾਧ ਸੰਤ ਨੇ ਜਿਹੜੇ, ਉਹਨਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਵਧੀਆ ਨੇ, ਵੀ ਤੁਸੀਂ ਉੱਠੋ। ਇੱਕ ਜੇ ਭਗਤੀ ਕਹੀਏ, ਭਗਤੀ ਤਾਂ ਸਾਡਾ ਗੁਰੂ ਗੋਬਿੰਦ ਸਿੰਘ ਦਾ ਗੁਰੂ, ਸਾਰਿਆਂ ਦਾ ਗੁਰੂ, ਬਾਬਾ ਨਾਨਕ ਦਾ ਸੰਤ ਮੀਤੀ, ਪਰ ਗੁਰੂ ਗੋਬਿੰਦ ਸਿੰਘ ਜੀ ਵੀ ਜੰਗ ਲੜਦੇ ਲੜਦੇ ਆਸਾ ਦੀ ਵਾਰ ਕਰਦੇ ਸੀ। ਕਿ ਉਹਨਾਂ ਨੂੰ ਮੈਂ ਸਾਧਾ ਸੰਤਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਭਗਤੀ ਕਰੋ, ਵੀ ਜੇ ਲੋਕਾਂ ਨੂੰ ਤੁਸੀਂ
ਮੇਰੇ ਨਾਲ ਜੋੜੋ, ਕਿਉਂਕਿ ਮੈਂ 117 ਸੀਟਾਂ ਤੇ ਸੰਗਤ ਦੇ ਫੈਸਲੇ ਨਾਲ ਮੈਂ 117 ਸੀਟਾਂ ਤੇ ਇਲੈਕਸ਼ਨ ਲੜਾਂਗੇ, ਜਿਹਦੇ ਵਿੱਚੋਂ 117 ਤੇ ਜਿਹੜੇ ਹੈਗੇ ਤੁਸੀਂ ਆਜ਼ਾਦ ਉਮੀਦਵਾਰ ਕਿਸਾਨਾਂ ਵੱਲੋਂ ਕਿਸਾਨ ਕੁਝ ਪਰ ਕਿਸਾਨਾਂ ਦੀ ਗੱਲ ਇਹ ਹੈ, ਕਿਸਾਨ ਨੇ ਜਿਹੜੇ ਇਹ ਫਿਰ ਇਹਦਾ ਮਤਲਬ ਆਜ਼ਾਦ ਉਮੀਦਵਾਰ ਖੜਾ ਰਹੇ ਸੀ। ਨਹੀਂ, ਮੈਂ ਆਪਣੀ ਮਤਲਬ ਪਰਸਨਲ ਤੌਰ ਤੇ ਕੋਈ ਮੈਂ ਪਾਰਟੀ ਜਿਹੜੀ ਦਾ ਮੈਂ ਅੱਜ ਚਲੋ ਗੱਲ ਕਰਦੇ ਹਾਂ, ਪਾਰਟੀ ਬਣਾ ਕੇ ਉਹ ਤਿਆਰੀ ਚੱਲ ਰਹੀ ਹੈ, ਪਾਰਟੀ ਬਣਾ ਕੇ ਕੋਈ ਸਾਨੂੰ ਸਿੰਬਲ ਮਿਲੂਗਾ, ਚੋਣ ਨਿਸ਼ਾਨ ਮਿਲੂਗਾ, ਅਸੀਂ ਉਸ ਹਿਸਾਬ ਨਾਲ ਲੜਾਂਗੇ। ਜੇ ਸਾਡੀ ਪਾਰਟੀ ਰੇਟਡ ਨਹੀਂ ਫਰਜ਼ ਕਰੋ ਹੁੰਦੀ ਕਾਲੀ ਕਾਲੀ ਤੇ ਕੋਈ ਗਵਰਨਮੈਂਟ, ਕਿਉਂਕਿ ਹਾਈ ਲੈਵਲ ਦਾ ਕੰਮ ਹੈ, ਸਾਡੇ ਨਾਲ ਹੱਥਕੰਡਾ ਵੀ ਵਰਤ ਸਕਦੇ ਨੇ, ਪਰ ਫੇਰ ਵੀ ਜਿਹੜੀ ਗੱਲ ਦੀ ਤੁਹਾਡੀ ਇੱਥੇ ਗੱਲ ਆਊਗੀ, ਫਿਰ ਇੱਕ ਮੇਰਾ ਪੱਤਰਕਾਰ ਜੀ ਤੁਹਾਨੂੰ ਬੇਨਤੀ ਹੈ ਕਿ 13 ਦੇ 13 ਬੰਦੇ ਆਨੰਦਪੁਰ ਸਾਹਿਬ ਤੋਂ ਆਜ਼ਾਦ ਹੀ ਜਿੱਤੇ ਨੇ। ਹਾਂਜੀ ਹਾਂ। ਫਿਰ ਜੇ ਪੰਜਾਬ ਦੇ ਵਿੱਚ ਅਸੀਂ ਆਜ਼ਾਦ ਵੀ ਬਣਦੇ ਤਾਂ ਇਹ ਮੰਨ ਕੇ ਚੱਲੋ ਵੀ ਲੋਕ ਫੈਸਲਾ ਸਾਡੇ ਹੱਕ ਵਿੱਚ ਦੇਣਗੇ, ਕਿਉਂਕਿ ਇਹ ਲੋਕਾਂ ਨੇ ਬਿਲਕੁਲ ਦਰਵਾਜ਼ੇ ਬਿਲਕੁਲ ਇਹਨਾਂ ਦੇ ਬੰਦ ਨੇ। ਇਹਨਾਂ ਨੇ ਇੱਕ ਐਡਾ ਟਕਵੰਜ ਰਚਿਆ ਕਰੋਨੇ ਦਾ। ਮੈਂ ਇਹ ਗੱਲ ਕਰਦਾ ਇਹਨਾਂ ਨੂੰ ਵੀ ਜਿੱਦਣ ਮਹਾਰਾਜੇ ਦੀ ਪੋਤੀ ਦਾ ਵਿਆਹ ਆ ਉਦੋਂ ਲੱਖ ਬੰਦਾ ਇਕੱਠਾ, ਹਾਲਾ 2 ਮਹੀਨੇ ਪਹਿਲਾਂ ਦੀ ਗੱਲ ਹੈ। ਇੱਕ ਗਰੀਬ ਕੋਈ ਮਾਂ ਬਾਪ ਦੀ ਕਿਸੇ ਦੀ ਡੈਥ ਹੋ ਜਾਂਦੀ ਹੈ, ਉਹਦੇ ਭੋਗ ਤੇ ਕੋਈ 10 ਬੰਦੇ ਇਕੱਠੇ ਉਹਦੇ ਤੇ ਜਾ ਕੇ ਪੁਲਿਸ ਵਾਲੇ ਕਾਰਵਾਈ ਕਰਦੇ ਨੇ ਜਾਂ ਏਦਾਂ ਦੀ ਗੱਲ ਕਰਦੇ ਨੇ। ਪਰ ਮੇਰੀ ਬੇਨਤੀ ਆ ਸੰਗਤ ਨੂੰ, ਦੇਖੋ ਮਿੱਤਰੋ, ਵੀਰੋ, ਭੈਣਾਂ, ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਇੱਕ ਮੇਰਾ ਨੰਬਰ ਨੋਟ ਕਰ ਲਓ, 98 143 06768 99 143 9238। ਜਿੰਨੇ ਜ਼ਿਲ੍ਹਿਆਂ ਦੇ ਵਿੱਚ ਮਤਲਬ ਵੀ ਉਹ ਨੇ, ਮੈਂ ਕੋਈ ਇਦਾਂ ਨਹੀਂ ਕਹਿਣਾ ਵੀ ਟਿਕਟਾਂ ਦੇਣੀਆਂ ਨੇ, ਪਰ ਉਹ ਬੰਦੇ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ। ਮਿਹਨਤ ਵਾਲੇ ਬੰਦੇ, ਇੱਕ ਕੋਈ ਇਹੋ ਜਿਹਾ ਬੰਦਾ ਨਾ ਸੰਪਰਕ ਕਰੇ ਵੀ ਕਿਸੇ ਨੇ ਤੇ ਕਲੰਕ ਲੱਭਿਆ ਵਾ, ਕਿਸੇ ਦੀ ਧੀ ਭੈਣ ਛਿੜੀ ਵਾ, ਨਹੀਂ। ਮੈਂ ਬਿਲਕੁਲ ਵੀ ਮਤਲਬ ਵੀ ਆਮ ਬੰਦਿਆਂ ਨੂੰ ਟਿਕਟਾਂ ਦੇਵਾਂਗੇ, ਆਮ ਬੰਦਿਆਂ ਨੂੰ ਜਿਤਾਵਾਂਗੇ। ਮੇਰੀ ਬੇਨਤੀ ਹੈ, ਹਰ ਜ਼ਿਲ੍ਹੇ ਦੇ ਵਿੱਚੋਂ ਮੇਰਾ ਨੰਬਰ ਮੈਂ ਤੁਹਾਨੂੰ ਦੱਸਤਾ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਪੈਸਾ ਲੈ ਕੇ ਟਿਕਟ ਨਹੀਂ ਦਿੱਤੀ ਜਾਊਗੀ, ਬਿਲਕੁਲ ਵੀ। ਆਪਾਂ ਨੇ ਦੇਸ਼ ਪੰਜਾਬ ਨੂੰ, ਦੇਸ਼ ਨੂੰ ਬਚਾਉਣਾ। ਨਹੀਂ ਤੁਸੀਂ ਵੀ ਆਮ ਪਾਰਟੀ ਵਾਂਗੂ ਬੜਿਆਂ ਨੂੰ ਦੇਵੋਗੇ ਕਿ ਹੇਠ ਨਾ 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 ਨਾ, ਫਿਰ ਸਾਡੇ ਚਾਰ ਕੀ ਫਰਕ ਰਹੇਗਾ? ਅਸੀਂ ਤਾਂ ਬਿਲਕੁਲ, ਸਾਡੇ ਲਈ ਤੁਸੀਂ ਵੀ ਹੋ ਕੈਂਡੀਡੇਟ ਹੋ, ਵੀਰ ਵੀ ਹੈ, ਹੋਰ ਵੀ ਨੇ, ਜਿਹੜਾ ਮਤਲਬ ਬਿਲਕੁਲ ਅਸੀਂ ਇਹ ਨਹੀਂ। ਪਰ ਥੱਲੜੇ ਲੈਵਲ ਤੇ ਤਾਂ ਮੋਦੀ ਵੀ ਕਹਿੰਦਾ ਮੈਂ ਚਾਹ ਵੇਚਦਾ ਰਿਹਾ, ਚਾਹ ਵੇਚ ਕੇ ਹੁਣ ਦੇਸ਼ ਵੇਚਤਾ। ਨਹੀਂ ਆਏ ਤਾਂ ਹੁਣ ਆਪਣੇ ਸਾਧੂ ਸਿੰਘ ਵੀ ਤਾਂ ਹਾਂ ਸਰ ਕਰਦੇ ਰਹਿੰਦੇ। ਪਰ ਹੁਣ ਇਹ ਜਿਹੀਆਂ ਗੱਲਾਂ, ਸਾਧੂ ਸਿੰਘ ਹੋਣੀ ਚਲੋ ਠੀਕ ਹੈ, ਮੌਕੇ ਤੇ ਮੰਤਰੀ ਲੱਗੇ, ਪ੍ਰਮਾਤਮਾ ਨੇ ਲਿਖਿਆ ਵਾ ਸੀ, ਪਰ ਮੂਹਰੇ ਕੋਈ ਨਹੀਂ ਹੁਣ ਇਦਾਂ ਦਾ, ਬਿਲਕੁਲ ਵੀ ਹੁਣ ਕੋਈ ਨਹੀਂ ਆ ਸਕਦਾ। 90 ਤੋਂ ਕਿਸਾਨ ਨੇਤਾ ਜਿਹੜਾ ਅਸੀਂ ਕੈਂਡੀਡੇਟ ਕਰਾਂਗੇ ਉਹੀ ਹੀ ਕਰੂਗਾ, ਕਿਉਂਕਿ ਹੁਣ ਕੋਈ ਜ਼ਰੂਰੀ ਨਹੀਂ ਵੀ ਕਿਸਾਨ ਆ ਕੇ ਬੱਤੀਆਂ ਦੇ ਬੱਤੀ। ਕਿਸਾਨਾਂ ਨੂੰ ਮੇਰੀ ਬੇਨਤੀ ਆ, ਮੈਂ ਤੁਹਾਡੇ ਸਾਰਿਆਂ ਦੇ ਨਾਲ ਆ, ਸਾਰਿਆਂ ਦੇ ਨਾਲ ਤੁਰ ਕੇ ਮਰੂੰਗਾ। ਜੇ ਮੈਂ ਆਪਣਾ ਨਾਂ ਕਮਾਉਣਾ ਹੁੰਦਾ ਕਈ ਬੰਦਿਆਂ ਵਾਂਗ ਤਾਂ ਮੈਂ ਉੱਥੇ ਨਾਂ ਕਮਾ ਸਕਦਾ ਸੀ, ਪਰ ਮੇਰੀ ਬੇਨਤੀ ਹੈ, ਮੈਂ ਕਿਸਾਨਾਂ ਨਾਲ ਗਦਾਰੀ ਕਰਕੇ ਨਾਂ ਨਹੀਂ ਕਮਾਉਣਾ, ਚਾਹੇ ਬਿਲਕੁਲ ਵੀ ਇਹ ਸਾਨੂੰ ਕੰਮ ਕਰਨਾ ਨਾ ਪਵੇ। ਅਸੀਂ ਕਹਿੰਦੇ ਹਾਂ ਵੀ ਤਿਣਕਾ ਕਰਕੇ ਪ੍ਰਮਾਤਮਾ ਗੁੱਡੀ ਚੜਾਵੇ ਔਰ ਸਾਫ਼ ਹੋਵੇ। ਹੁਣ ਕਿਲੇ ਤੇ ਝੰਡਾ ਚਾੜਤਾ ਇਹਨਾਂ ਨੇ, ਕੀ ਉਹ ਅਸੀਂ ਚੜ੍ਹ ਨਹੀਂ ਸਕਦੇ? ਪਰ ਸਾਡਾ ਮਕਸਦ ਹੈ ਬਿਲਕੁਲ ਇੱਕ ਕਾਨੂੰਨਾਂ ਨੂੰ ਮਾਫ ਕਰਾਉਣਾ, ਨਾ ਕਿ ਅਸੀਂ ਪਬਲਿਕ ਨਾਲ ਕੋਈ ਇੱਦਾਂ ਦੀ ਉਹ ਕਰਨਾ। ਮੇਰੀ ਕਿਸਾਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਾਥ ਦਿਓ, ਤੁਹਾਡਾ ਮੈਂ ਬੱਚਾ, ਕਿਸੇ ਦਾ ਭਾਈਆਂ ਭੈਣਾਂ ਦਾ ਭਰਾ ਆ। ਕਿਸਾਨਾਂ ਨੂੰ, ਮੇਰੀ ਮਜ਼ਦੂਰਾਂ ਨੂੰ ਬੇਨਤੀ ਹੈ, ਤਲੜੀ ਪੱਧਰ ਤੇ ਮੈਂ ਕਈ ਦਫਾ ਜਾਂਦਾ ਬੱਕਰੀਆਂ ਵਾਲੇ ਫਿਰਦੇ ਹੋਣਗੇ, ਕਿਉਂਕਿ ਉਹਨਾਂ ਨਾਲ ਮੇਰਾ ਭਾਈਚਾਰਾ, ਕਿਉਂਕਿ ਭਾਈਚਾਰਾ ਮੈਂ ਕਹਿੰਦਾ ਇਨਸਾਨ ਦੀ ਕੋਈ ਜਾਤ ਨਹੀਂ, ਜਾਤ ਕਦ ਬੰਦਾ ਦਿਖਾ ਦੇ। ਪਰ ਮੈਂ ਇਹਨਾਂ ਨੂੰ ਇਹ ਗੱਲ ਕਰਦਾ ਵੀ ਜਦ ਇਹ ਕਹਿੰਦੇ ਨੇ ਦੈਲਤ, ਕਿਉਂ ਵੀ ਇਨਸਾਨ ਨੂੰ ਇੱਕ ਇਹੀ ਜਿਹੀ ਲਫ਼ਜ਼ ਤੁਸੀਂ ਵਰਤਦੇ ਹੋ, ਪਹਿਲੇ ਹੀ ਤੁਸੀਂ ਇਹੀ ਜਿਹੀ ਬੋਲੀ ਗਲਤ ਵਰਤਦੇ ਹੋ। ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ, ਔਰ 8 ਮਹੀਨੇ 6 ਮਹੀਨੇ ਨੇ, 6 ਮਹੀਨੇ ਜਦ ਤੁਸੀਂ ਅੰਦਰ ਬੰਦ ਰਹਿ ਸਕਦੇ ਹੋ, ਸਾਲ ਤੁਹਾਨੂੰ ਲੋਕ ਅੰਦਰ ਬੰਦ ਕਰ ਸਕਦੇ ਨੇ। ਕੱਲੀ ਬਸ ਇਹੀ ਸੁਣਨਾ ਵੀ ਮੱਖਣ ਸਿੰਘ ਸੌਲੀ ਦੀ ਇੰਟਰਵਿਊ ਆਉਂਦੀ ਹੈ, ਉਹਨੂੰ ਇਹ ਸ਼ੇਅਰ ਕਰਨਾ, ਉਹਨੂੰ ਇਹ ਸੁਣਨਾ, ਕਿਉਂਕਿ 8 ਮਹੀਨੇ ਤੁਸੀਂ ਮੇਰੇ ਨਾਲ ਸੰਪਰਕ 'ਚ ਰਹੋ, ਮੇਰੇ ਨਾਲ ਤੁਸੀਂ ਰਹੋ, ਕਿਉਂਕਿ ਮੈਂ ਇਕੱਲਾ ਨਹੀਂ ਖੜਾ, ਕੋਈ ਮੇਰੇ ਘਰੇ ਨਹੀਂ ਉੱਗਦੇ। ਕੈਂਡੀਡੇਟ ਤੁਸੀਂ ਦੇਣੇ ਨੇ, ਤੁਹਾਡੇ ਮੁਤਾਬਕ ਕੈਂਡੀਡੇਟਾਂ ਨੇ ਚੁਣਨਾ, ਤੁਹਾਡੇ ਮੁਤਾਬਕ ਉਹਨਾਂ ਤੋਂ ਕੰਮ ਲਿੱਤਾ ਜਾਊਗਾ। ਪਰ ਬਿਜਲੀ ਵਾਲੀ ਮੇਰੀ ਬੇਨਤੀ ਹੈ, ਇਹ ਬਿਲਕੁਲ ਸਾਰਿਆਂ ਨੂੰ ਫ੍ਰੀ ਹੋਊਗੀ। ਤੁਹਾਡੇ ਪ੍ਰਾਈਵੇਟ ਜਿਹੜੇ ਸਕੂਲ ਨੇ
ਉੱਥੇ ਤੁਸੀਂ ਬੱਚਾ ਪੜ੍ਹਾਉਣ ਭੇਜ ਦਿਓ, ਪਰ ਉਦੋਂ ਪਹਿਲਾਂ ਤੁਸੀਂ ਸਰਕਾਰੀ 'ਚ ਭੇਜਿਆ ਕਰੋਗੇ, ਕਿਉਂਕਿ ਸਰਕਾਰੀ ਹਸਪਤਾਲਾਂ ਦੀ ਔਰ ਸਕੂਲਾਂ ਦੀ ਇੰਨੀ ਅੱਜ ਰਜਿੰਦਰਾ ਹਸਪਤਾਲ ਦਾ ਇੰਨਾ ਬੁਰਾ ਹਾਲ ਆ, ਬਹੁਤ ਜ਼ਿਆਦਾ। ਇੱਕ ਮਹਾਰਾਜੇ ਦੀ ਇੱਕ ਪਿੱਠ ਪਿੱਛੇ ਆ ਉਹ, ਕਿ ਇੰਨੀ ਨਰਕ ਦੀ ਜ਼ਿੰਦਗੀ ਉੱਥੇ ਜੀ ਰਹੇ ਨੇ। ਪਰ ਮੇਰੀ ਬੇਨਤੀ ਆ, ਆਪੋ ਆਪਣੇ ਹੁਣ ਅਕਾਲੀ ਦਲ ਦੇ 2 ਪਹਿਲਵਾਨ ਖੜੇ ਹੋਏ ਨੇ, ਇੱਕ ਲਾਲਕਾ ਜੀ, ਇੱਕ ਕਬੀਰਦਾਸ ਜੀ। ਪਰ ਜਿਹੜਾ ਹੁਣ ਕਬੀਰਦਾਸ ਆ ਜਾਂ ਮਤਲਬ ਲਾਲਕਾ, ਮੇਰੇ ਨਾਂ ਤੇ ਆ ਮੱਖਣ ਸਿੰਘ ਲਾਲਕਾ ਦਾ, ਮੈਂ ਇਹ ਗੱਲ ਕਰਦਾ ਵੀ ਮੌਕੇ ਤੇ ਜਾ ਕੇ ਤਾਂ ਜਿਹੜਾ ਥੈਲੀ ਵਧੀਆ ਤਰੀਕੇ ਨਾਲ ਲੈਊਗਾ ਉਹ ਹਿਸਾਬ ਨਾਲ ਟਿਕਟ ਮਿਲਦੀ ਹੈ ਅਕਾਲੀ ਦਲ ਦੇ ਵਿੱਚ। ਮੇਨ ਤਾਂ ਪੁਆਇੰਟ ਉੱਥੇ ਖੜਾ, ਉਹ ਕਿਹੜਾ ਮਰਜ਼ੀ ਲੈ ਜਾਵੇ ਇਹਨਾਂ ਦੇ ਵਿੱਚੋਂ। ਅੱਛਾ ਜੀ। ਫਿਰ ਕਬੀਰਦਾਸ ਦੀ ਜਿਹੜੀ ਥਿਊਰੀ ਆ, ਐਦਾਂ ਨਹੀਂ ਹੁੰਦਾ ਕੋਈ ਬਾਹਰੋਂ ਬੰਦਾ ਆ ਕੇ, ਯਾਰ ਪੂਰੇ ਦਾ ਬੰਦਾ ਹੋਣਾ ਚਾਹੀਦਾ ਹੈ। ਪਰ ਮੇਰੀ ਬੇਨਤੀ ਹੈ ਵੀ ਇਹਨਾਂ ਨਾਲੋਂ ਵਧੀਆ ਤਰੀਕੇ ਨਾਲ ਸਾਡਾ ਉਮੀਦਵਾਰ ਸਾਡਾ ਮਤਲਬ ਵੀ ਲੱਭਿਆ ਪਿਆ, ਬਸ ਉਹ ਸਿਰਫ ਇੱਕ ਪਬਲਿਕ ਦੇ ਸਾਹਮਣੇ ਕਰਨਾ। ਅੱਛਾ, ਉਹ ਕਿਸੇ ਨੂੰ ਨਹੀਂ ਹੱਲ ਪਤਾ, ਉਹ ਇੱਕ ਸਾਹਮਣੇ ਕਰਨਾ। ਉਸ ਟਾਈਮ ਜਿੱਤਿਆਉਣਗੇ ਵੀ ਲੋਕ ਉਹਨੂੰ। ਅਕਾਲੀ ਦਲ ਦੇ ਵਿੱਚੋਂ ਹੁਣ ਲਾ ਲਓ ਕਿੰਨਾ ਦਫਾੜ ਹੋ ਕੇ ਢੀਂਡਸਾ ਪਾਰਟੀ ਬਣ ਗਈ। ਢੀਂਡਸਿਆਂ ਨੇ ਵੀ ਪਾਰਟੀ ਬਣਾ ਲਈ। ਅਕਾਲੀ ਦਲ ਵੀ ਇੱਕ ਸਮਝੋ ਵੀ ਦਫਾੜ ਵਾਲੀ ਗੱਲ ਆ ਬਿਲਕੁਲ। ਬੀਜੇਪੀ ਤਾਂ ਵੈਸੇ ਹੀ ਤੁਹਾਨੂੰ ਪਤਾ ਵੀ ਇੱਕ ਮਤਲਬ ਕਾਨੂੰਨ ਬਣਾਉਣ ਨਾਲ। ਪਰ ਬੀਜੇਪੀ ਨੂੰ ਮੇਰੀ ਇੱਕ ਬੇਨਤੀ ਹੈ, ਇੱਕ ਉਹਨਾਂ ਨੂੰ ਮੈਂ ਸੁਝਾਅ ਦਿੰਦਾ ਵੀ ਭਰਾਵੋ, ਇੱਕ ਮੇਰੀ ਬੇਨਤੀ ਆ ਹੱਥ ਬੰਨ੍ਹ ਕੇ, ਆਪਾਂ ਨੇ 1947 ਆਪਣੇ ਤੇ ਹਟਾਇਆ, ਫਿਰ 84 ਹਟਾਇਆ, ਫਿਰ ਅਸੀਂ ਆ ਵੀ ਹਟਾ ਰਹੇ ਹਾਂ, ਇਹ ਵੀ ਇੱਕ ਕਰੋਨਾ ਹੀ ਆ। ਫਿਰ ਅਸੀਂ ਪੈਸੇ ਵਾਲਾ ਵੀ ਜਿਹੜਾ ਨੋਟਬੰਦੀ ਵਾਲਾ ਉਹ ਵੀ ਹਟਾਇਆ। ਵੀ ਮੇਰੀ ਬੇਨਤੀ ਹੈ, ਤੁਸੀਂ ਸਾਡੇ ਨਾਲ ਰਹੋ, ਸਾਡੇ ਯਾਰ ਭਾਈਓ। ਅਸੀਂ ਵੀ ਕਿਸ ਟਾਈਮ ਮੋਦੀ ਨੂੰ ਵੋਟਾਂ ਪਾਈਆਂ ਨੇ, ਵੀ ਤੁਸੀਂ ਹੁਣ ਬਿਲਕੁਲ ਇਹ ਪਾਰਟੀ ਤੋਂ ਕਿਨਾਰਾ ਕਰੋ, ਕਿਉਂਕਿ ਇਹ ਨਾ ਹੋਵੇ ਵੀ ਇਹ ਇੱਕ ਜਿਹੜਾ ਮੋਦੀ ਆ ਇਹਨੇ ਇੱਕ ਬਹੁਤ ਵੱਡੇ ਦੰਗੇ ਕਰਾਤੇ ਸੀ ਗੁਜਰਾਤ ਦੇ ਵਿੱਚ, ਵੀ ਇਹ ਕਿਤੇ ਦੰਗਿਆਂ ਦਾ ਰੂਪ ਧਾਰ ਗਏ ਮਿੱਤਰੋ। ਜਦ ਆਪਸ ਵਿੱਚ ਇਹ ਜੇ ਗੱਲਾਂ ਹੋ ਜਾਂਦੀਆਂ ਨੇ, ਫਿਰ ਉੱਥੇ ਜਦ ਦੰਗੇ ਫੈਲਦੇ ਨੇ ਜਿਵੇਂ 1947 'ਚ ਫੈਲੇ ਸੀ, ਤਾਂ ਉੱਥੇ ਫਿਰ ਕੋਈ ਨਹੀਂ ਦੇਖਦਾ ਵੀ ਇਹ ਇਹੋ ਜਿਹੀ ਹਰਕਤ ਨਾ ਕਰਦੇ ਵੀ ਕੋਈ ਦੇਸ਼ ਦੇ ਵਿੱਚ ਦੰਗੇ ਫੈਲਾ ਦੇਵੇ, ਵੀ ਆਪਾਂ ਇੱਕ ਦੂਜੇ ਦੇ ਫਿਰ ਕੱਲ੍ਹ ਨੂੰ ਦੁਸ਼ਮਣ ਬਣ ਜਾਈਏ। ਵੀ ਇਹਨਾਂ ਤੁਸੀਂ ਆਪਣੇ ਆਪ 'ਤੇ ਉਹ ਰੱਖੋ ਵੀ ਇਹ ਬਿਲਕੁਲ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਹਾਂਜੀ ਸਰ, ਕੀ ਲੱਗਦਾ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਐਲਾਨ ਹੋਇਆ ਜਿਮ ਬੰਦ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਜਿਹੜੇ ਜਿਮ ਨੇ, ਇੱਕ ਲਾਲਾ ਕਰੋਨਾ ਦੀ ਮਹਾਂਮਾਰੀ ਦੇ ਵਿੱਚ ਇੱਕ ਨੌਜਵਾਨ ਨੇ ਜਿਹੜੇ ਉਹ ਜਿੰਮਾਂ ਦੇ ਵਿੱਚ ਜਾਂਦੇ ਆ, ਜਿੰਮ ਦੇ ਵਿੱਚੋਂ ਕਸਰਤ ਕਰਦੇ ਆ। ਹੁਣ ਘਰਾਂ ਦੇ ਵਿੱਚ ਡਿਸਟਰਬ ਹੁੰਦੇ ਆ, ਕੋਈ ਫਿਰ ਨਸ਼ੇ ਕਰਨੀ ਨੂੰ ਵੀ ਜਾਂਦਾ, ਵੀ ਉਹ ਜੇ ਜਿੰਮ ਦੇ ਵਿੱਚ ਜਾਂਦੇ ਨੇ, ਜਦ ਹੋਰ ਵੀ ਕਈ ਲਾ ਲਓ ਵੀ ਜਿਵੇਂ ਹੁਣ ਦਾਰੂ ਦੇ ਠੇਕੇ ਨੇ, ਜਿਹੜੀ ਕੋਈ ਮਾੜੀ ਚੀਜ਼ ਆ ਬੰਦ ਕਰਨ ਵਾਲੀ ਤੇ ਉਹ ਖੁੱਲੀ ਪਈ ਆ। ਵੀ ਜਿਹੜੀ ਜਿੰਮ ਇਹਨਾਂ ਨੂੰ ਖੋਲ੍ਹ ਦੇਣੇ ਚਾਹੀਦੇ ਨੇ। ਇੱਕ ਬੱਚਿਆਂ ਦੀ ਪੜ੍ਹਾਈ ਬਹੁਤ ਖਰਾਬ ਹੁੰਦੀ ਹੈ, ਸਕੂਲਾਂ 'ਤੇ ਵੀ ਇਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ, ਵੀ ਸਕੂਲਾਂ 'ਤੇ ਵੀ ਕੋਈ ਨਾ ਕੋਈ ਤਰੀਕਾ ਇਹੋ ਜਿਹਾ ਅਪਣਾਇਆ ਜਾਵੇ। ਵੀ ਜੇ ਲਾ ਲਓ ਹੁਣ 50 ਬੱਚੇ ਨੇ, 50 ਬੱਚਿਆਂ ਨੂੰ ਤਾਂ ਦੂਰ ਦੂਰ ਕਰਾ ਕੇ ਇੱਕ ਮੈਡਮ ਪੜ੍ਹਾਈ ਕਰਾ ਹੀ ਸਕਦੀ ਹੈ ਜੇ ਅਧਿਆਪਕ। ਇਹ ਤਾਂ ਕੋਈ ਐਡੀ ਨਹੀਂ, ਜਦ ਆਮ ਪਬਲਿਕ ਉੱਥੇ ਮਤਲਬ ਇਕੱਠ ਕਰਦੇ ਨੇ ਉਦੋਂ ਵੀ ਤਾਂ ਇਹ ਮਤਲਬ ਹੋਈ ਹੁੰਦੀ ਹੈ। ਵੀ ਜਿਹੜੀ ਬੱਚਿਆਂ ਦੀ ਪੜ੍ਹਾਈ 'ਤੇ ਹੈ ਇਹ ਬਹੁਤ ਹੀ ਇੱਕ ਮਾੜਾ ਅਸਰ ਪੈ ਰਿਹਾ। ਔਰ ਜਿਹੜੇ ਨੌਜਵਾਨ ਨੇ ਹੁਣ ਪੜ੍ਹਾਈਆਂ ਕਰਕੇ ਹਟ ਕੇ ਨੌਕਰੀ ਨਹੀਂ ਮਿਲੀ, ਉਹ ਜਿੰਮ ਜਾਂਦਾ, ਜਿੰਮ ਨਹੀਂ ਕਰਦਾ ਤਾਂ ਇੱਕ ਤਾਂ ਕਰੋਨਾ ਦਾ ਦਹਿਸ਼ਤ ਫੈਲਾਈ ਪਈ ਹੈ। ਇੱਕ ਬੰਦਾ ਜਿੰਮ ਨਹੀਂ ਜਾਂਦਾ ਤਾਂ ਉਹ ਜਿੰਮ ਦੇ ਵਿੱਚ ਜਾਂਦਾ ਤਾਂ ਉਹਦੀ ਜਿਹੜੀ ਤਾਕਤ ਆ ਸਰੀਰ ਦੀ ਉਹ ਵੱਧਦੀ ਹੈ, ਔਰ ਤਾਕਤ ਹੋਣੀ ਵੱਧ ਚਾਹੀਦੀ ਹੈ, ਤਾਂ ਹੀ ਆਪਾਂ ਕਰੋਨੇ ਨੂੰ ਹਰਾਵਾਂਗੇ। ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਇਸ ਗੱਲ 'ਤੇ ਸਕੂਲ ਜਾਂ ਜਿੰਮਾਂ 'ਤੇ ਧਿਆਨ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹੌਲੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।